ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਵਿਸ਼ਵ ਪੱਧਰ ਵਿੱਚ ਫੈਲੇ ਹੋਏ ਦਰਸ਼ਕਾਂ ਦਾ, ਮੇਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਚਰਚਾ ਕਰ ਰਹੇ ਹਾਂ ਇੱਕ ਇੰਟਰਨੈਸ਼ਨਲ ਮੁੱਦੇ ਤੇ, ਜਿਸ ਦਾ ਇੱਕ ਪਾਸੇ ਸਬੰਧ ਤਾਂ ਭਾਰਤ ਸਰਕਾਰ ਨਾਲ ਹੈ ਅਤੇ ਦੂਜੇ ਪਾਸੇ ਉਸ ਦਾ ਸਬੰਧ ਕੈਨੇਡੀਅਨ ਸਰਕਾਰ ਨਾਲ ਹੈ। ਸੋ ਦੋਨਾਂ ਮੁਲਕਾਂ ਦੀ ਆਪੋ ਵਿੱਚ ਜੋ ਬੜੀ ਗੰਭੀਰ ਅਤੇ ਕਸ਼ਮਕਸ਼ ਚੱਲ ਰਹੀ ਹੈ ਕਿ ਇੱਕ ਦੂਜੇ ਦੇ ਅਤੇ ਸੀਨੀਅਰ ਅਧਿਕਾਰੀਆਂ ਨੂੰ, ਹਾਈ ਕਮਿਸ਼ਨ ਦੇ ਨੂੰ ਦੇਸ਼ ਛੱਡਣ ਲਈ ਤੱਕ ਦੇ ਨੋਟਿਸ ਦੇ ਦਿੱਤੇ ਆ। ਪਰ ਇਹ ਸਾਰਾ ਕੁਝ ਜੋ ਹੋਇਆ, ਇਸ ਵਿੱਚ ਦਾ ਮੁੱਖ ਕਾਰਨ ਹਰਦੀਪ ਸਿੰਘ ਨਿੱਜਰ, ਜੋ ਕਿ ਗੁਰੂ ਨਾਨਕ ਗੁਰਦੁਆਰਾ ਸਰੀ ਦੇ ਪ੍ਰਧਾਨ ਸਨ, ਦਾ ਗੁਰਦੁਆਰੇ ਦੇ ਪ੍ਰੀਮਿਸ ਵਿੱਚ ਹੀ ਕੀਤਾ ਗਿਆ ਕਤਲ, ਜਿਸ ਵਿੱਚ ਕਿ ਕੈਨੇਡਾ ਨੇ ਦੋਸ਼ ਲਾਇਆ ਕਿ ਭਾਰਤ ਦੀਆਂ ਏਜੰਸੀਆਂ ਦਾ ਹੱਥ ਹੈ। ਇਹ ਤਾਂ ਇੱਕ ਮੁੱਦਾ, ਵੱਖਰਾ ਮੁੱਦਾ ਹੈ, ਵੱਡਾ ਮੁੱਦਾ ਹੈ, ਪਰ ਮੈਂ ਇਸ ਮੁੱਦੇ ਦੀ ਸੰਦਰਭ ਵਿੱਚ ਗੱਲ ਕਰਦਾ ਕਿ ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਉੱਥੋਂ ਦੀ ਸਟੇਟ ਅਸੈਂਬਲੀ, ਜਿਸ ਦੇ ਕਿ 93 ਮੈਂਬਰ ਹਨ, MLA 93 ਹਨ, ਚੁਣੇ ਜਾਂਦੇ ਹਨ, ਉਸ ਦੀਆਂ ਚੋਣਾਂ ਦੇ ਕਾਲੀ ਨਤੀਜੇ ਆਏ ਹਨ। ਔਰ ਇੱਕ ਪਾਸੇ ਤਾਂ ਦੋਨਾਂ ਮੁਲਕਾਂ ਦਾ ਕਸ਼ਮਕਸ਼ ਚੱਲ ਰਹੀ ਸੀ, ਦੂਸ਼ਣਬਾਜ਼ੀ ਚੱਲ ਰਹੀ ਸੀ, ਭਾਰਤ ਔਖਾ ਹੋ ਰਿਹਾ ਸੀ ਕੈਨੇਡੀਅਨ ਗੌਰਮੈਂਟ ਨਾਲ, ਅਤੇ ਖਾਸ ਕਰਕੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨਾਲ। ਉੱਥੇ ਕੈਨੇਡਾ ਦੇ ਲੋਕ ਅਤੇ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਲੋਕ ਆਪਣੀਆਂ ਚੋਣਾਂ ਵਿੱਚ ਬੜੇ ਮਸਤ ਸਨ, ਅਤੇ ਉਹਨਾਂ ਦਾ ਧਿਆਨ ਭਾਰਤ ਨਾਲ ਕੈਨੇਡਾ ਦੀ ਜੋ ਇੱਕ ਕਿਸਮ ਦੀ ਸ਼ਬਦੀ ਜੰਗ ਚੱਲ ਰਹੀ ਹੈ, ਉਸ ਤੋਂ ਉਹ ਮੁਕਤ ਰਹੇ, ਕਿਉਂਕਿ ਉਹਨਾਂ ਲਈ ਆਪਣੀ ਅਸੈਂਬਲੀ ਦੀਆਂ ਚੋਣਾਂ ਬੜੀਆਂ ਮਹੱਤਵਪੂਰਨ ਸਨ। ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਚੋਣਾਂ ਵਿੱਚ ਜੋ ਪਾਰਟਿਸਪੇਸ਼ਨ ਸੀ, ਤੁਸੀਂ ਬੜੇ ਹੈਰਾਨ ਹੋਵੋਗੇ ਕਿ 93 ਦੇ ਹਾਊਸ ਵਿੱਚ 20 ਪੰਜਾਬੀ ਖੜੇ ਸਨ। ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ 12ਵੀਂ ਵਿਧਾਨ ਸਭਾ ਸੀ, ਯਾਨੀ ਪਿਛਲੀ ਵਾਲੀ, ਉਹਦੇ ਵਿੱਚ ਸਿਰਫ 10 ਪੰਜਾਬੀ ਸੀ। ਸੋ ਪੰਜਾਬੀਆਂ ਦੀ ਗਿਣਤੀ ਅੱਗੇ ਨਾਲੋਂ ਵੱਧ ਗਈ, ਯਾਨੀ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਪੰਜਾਬੀ ਉੱਥੇ ਪੋਲੀਟੀਕਲੀ, ਯਾਨੀ ਸਿਆਸੀ ਤੌਰ 'ਤੇ ਕਿੰਨੇ ਐਕਟਿਵ ਹਨ। ਔਰ ਉੱਥੋਂ ਦੀ ਸਟੇਟ ਦੀ ਜੋ ਰਾਜ ਪ੍ਰਣਾਲੀ ਹੈ, ਉਹਦੇ ਵਿੱਚ ਆਪਣਾ ਹਿੱਸਾ ਲੈਣ ਲਈ ਚੋਣਾਂ ਤੱਕ ਲੜਦੇ ਨਾ। ਅਤੇ ਚੋਣਾਂ ਸਿਰਫ ਇਸ ਤਰ੍ਹਾਂ ਨਹੀਂ ਕਿ ਸਿਰਫ ਇੱਕੋ ਹੀ ਪਾਰਟੀ ਵਿੱਚ ਹਨ, NDP 'ਚ ਵੀ ਹਨ, ਨਿਊ ਡੈਮੋਕ੍ਰੈਟਿਕ ਪਾਰਟੀ ਹੈ, ਜਸਟਿਨ ਟਰੂਡੋ ਦੀ ਹੈ, ਔਰ ਦੂਸਰੀ ਪਾਰਟੀ ਹੈ ਕੰਜ਼ਰਵੇਟਿਵ, ਜਿਹੜੀ ਕਿ ਉੱਥੋਂ ਦੇ ਬਹੁਤ ਸਾਰੇ ਕੰਜ਼ਰਵੇਟਿਵ ਕ੍ਰਿਸਚੀਅਨ ਲੋਕਾਂ ਦੀ ਪਾਰਟੀ ਹੈ। ਉਹਦੇ ਵਿੱਚ ਵੀ ਸਿੱਖ ਪੰਜਾਬੀ ਹਨ ਦੋਨੋਂ ਪਾਸੇ। ਕਈ ਜਿਹੜੀਆਂ ਸੀਟਾਂ ਸਨ, ਉਹਨਾਂ 'ਤੇ ਪੰਜਾਬੀ ਦੇ ਵਿਰੁੱਧ ਪੰਜਾਬੀ ਹੀ ਲੜ ਰਿਹਾ ਸੀ, ਸਿੱਖ ਦੇ ਵਿਰੁੱਧ ਸਿੱਖ ਹੀ ਕੰਜ਼ਰਵੇਟਿਵ ਵੱਲੋਂ, ਕੋਈ NDP ਵੱਲੋਂ ਲੜ ਰਿਹਾ ਸੀ। ਸੋ ਇਸ ਸਿਲਸਿਲੇ ਵਿੱਚ ਜੋ ਨਤੀਜੇ ਆਏ ਹਨ, ਉਸ ਵਿੱਚ 14 ਪੰਜਾਬੀਆਂ ਨੇ ਮਾਰਕਾ ਮਾਰਿਆ, ਉਹਨਾਂ ਨੇ ਸੀਟਾਂ ਜਿੱਤੀਆਂ 14। ਔਰ ਹੁਣ ਜਦੋਂ ਸਰਕਾਰ ਬਣੇਗੀ ਤਾਂ ਕਿਹਾ ਜਾਂਦਾ ਹੈ ਕਿ NDP ਦੀ ਸਰਕਾਰ ਬਣੇਗੀ। ਉਹਨਾਂ ਨੂੰ ਮਿਲੀਆਂ 46 ਸੀਟਾਂ ਔਰ ਕੰਜ਼ਰਵੇਟਿਵ ਨੂੰ ਮਿਲੀਆਂ 45 ਸੀਟਾਂ, ਯਾਨੀ ਇੱਕ ਸੀਟ ਦਾ ਫਰਕ ਹੈ। ਬੜੀ ਟਸਲ ਸੀ, ਬੜੀ ਜਿਹੜੀ ਲੜਾਈ ਸੀ, ਨੈਕ ਟੂ ਨੈਕ ਸੀਗੇ। ਨਤੀਜੇ ਵੀ ਇਹੀ ਦੱਸ ਰਹੇ। ਔਰ 2 ਸੀਟਾਂ ਮਿਲੀਆਂ ਗ੍ਰੀਨ ਪਾਰਟੀ ਨੂੰ। ਹੁਣ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ NDP ਨੂੰ ਇਹ ਉਮੀਦ ਨਹੀਂ ਸੀ ਕਿ ਇਸ ਵਾਰੀ ਉਹ ਇੰਨੀਆਂ ਸੀਟਾਂ ਲਿਜਾ ਸਕਦੇ ਨੇ। ਉਹਦਾ ਕਾਰਨ ਇਹ ਸੀ ਕਿ ਜੋ ਪੰਜਾਬੀਆਂ ਦੀ ਸਟੂਡੈਂਟਸ ਦੀ ਇੱਕਦਮ ਉੱਥੇ ਅਥਾਹ ਗਿਣਤੀ ਵੱਧ ਗਈ ਹੈ,
ਯਾਨੀ ਕਿ 10+2 ਵਾਲਿਆਂ ਨੂੰ ਜਦੋਂ ਦੀ ਲਿਬਰਲ ਪਾਲਿਸੀ 'ਚ ਅਲਾਓ ਕੀਤਾ ਗਿਆ ਕਿ ਉਹ ਐਡਮਿਸ਼ਨਾਂ ਲੈ ਸਕਦੇ ਹਨ ਉੱਥੋਂ ਦੇ ਕਾਲਜਾਂ ਤੇ ਯੂਨੀਵਰਸਿਟੀਆਂ 'ਚ, ਤਾਂ ਬਹੁਤ ਸਾਰੇ ਪੰਜਾਬ ਦੇ ਪਰਿਵਾਰਾਂ ਨੇ ਆਪਣੇ ਬੱਚੇ ਤੇ ਬੱਚੀਆਂ ਨੂੰ ਇਸ ਆਸ ਨਾਲ ਐਡਮਿਸ਼ਨਾਂ ਲੈ ਦਿੱਤੀਆਂ ਕਿ ਇੱਕ ਵਾਰੀ ਕੈਨੇਡਾ ਦੀ ਧਰਤੀ ਤੇ ਪਹੁੰਚ ਗਏ, ਫਿਰ ਉਹ ਆਪਣਾ ਉੱਥੇ ਇਮੀਗ੍ਰੇਸ਼ਨ ਮਿਲ ਜਾਏਗੀ ਅਤੇ ਫਿਰ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਜਾਣ ਦਾ ਰਸਤਾ ਵੀ ਖੁੱਲ੍ਹ ਜਾਏਗਾ। ਪਰ ਅਜਿਹਾ ਨਹੀਂ ਹੋਇਆ ਤੇ ਨਾ ਹੀ ਹੋਣਾ। ਉਸ ਸਿਲਸਿਲੇ ਵਿੱਚ ਉੱਥੋਂ ਦੀਆਂ ਜਿਹੜੀਆਂ ਬੇਸਮੈਂਟਾਂ, ਮਕਾਨਾਂ ਦੇ ਕਿਰਾਏ ਬੜੇ ਵੱਧ ਗਏ, ਮਕਾਨਾਂ ਦੀਆਂ ਕੀਮਤਾਂ ਬੜੀਆਂ ਚੜ੍ਹ ਗਈਆਂ। ਜਿਹੜੀ ਬੇਸਮੈਂਟ $500 'ਚ ਮਿਲਦੀ ਸੀ ਉਹ $1600 $1500 ਤੱਕ ਚਲੀ ਗਈ ਅਤੇ ਵਿਦਿਆਰਥੀਆਂ ਕੋਲ ਇਤਨੇ ਪੈਸੇ ਨਹੀਂ ਸੀ, ਉਹਨਾਂ ਦਾ ਉੱਥੇ ਰਹਿਣਾ ਬੜਾ ਮੁਸ਼ਕਲ ਹੋ ਗਿਆ ਅਤੇ ਵਿਦਿਆਰਥੀਆਂ ਨੇ ਵੀ ਉੱਥੇ ਜੋ ਹਲੇ ਇਤਨੇ ਸਮਝ ਨਾ ਸਕੇ ਕੈਨੇਡੀਅਨ ਸੁਸਾਇਟੀ ਨੂੰ, ਕੈਨੇਡੀਅਨ ਸਿਸਟਮ ਨੂੰ, ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਹਰਕਤਾਂ ਵੀ ਲੋਕਾਂ ਦੇ ਨੋਟਿਸ 'ਚ ਆਈਆਂ। ਜਿਹੜੇ ਉੱਥੋਂ ਦੇ ਕ੍ਰਿਸਚੀਅਨ ਲੋਕ ਹਨ, ਜਿਹੜੇ ਕੰਜ਼ਰਵੇਟਿਵ ਪਾਰਟੀ 'ਚ ਡੋਮੀਨੇਟ ਕਰਦੇ ਹਨ, ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਵੀ ਇਹ ਇੱਥੇ ਇਮੀਗ੍ਰੈਂਟ ਨਹੀਂ ਬਣਨੇ ਚਾਹੀਦੇ, ਇਹ ਇੱਥੋਂ ਜਾਣੇ ਚਾਹੀਦੇ। ਇਹਨਾਂ ਨੂੰ ਇਹ ਜੋ ਲਿਫਟ ਦੇ ਰਹੀ ਹੈ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਦੀ ਸਰਕਾਰ, ਕਿਉਂਕਿ ਕੇਂਦਰ ਵੀ ਟਰੂਡੋ ਦੀ ਸਰਕਾਰ ਹੈ, ਇਸ ਨੂੰ ਹਰਾਉਣਾ ਚਾਹੀਦਾ। ਇਸ ਕਰਕੇ ਐਤਕੀ ਜਿਹੜੀ ਫਾਈਟ ਸੀ, NDP ਨੇ ਇਹ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਇੰਨੀਆਂ ਸੀਟਾਂ ਆ ਜਾਣਗੀਆਂ। ਇਸ ਸਿਲਸਿਲੇ ਵਿੱਚ ਮੈਂ ਕੋਈ ਇੱਕ ਪੁਰਾਣੇ ਇੱਥੋਂ ਗਏ ਹੋਏ ਸਿਆਸੀ ਐਨਾਲਿਸਟਿਸਟ ਵੀ ਹਨ ਅਤੇ ਸਮਾਜ ਸੇਵੀ ਵੀ ਹਨ। ਉਹ ਪ੍ਰੋਫੈਸ਼ਨਲ ਕਲੀਨਿਕਲ ਸਾਈਕੋਲੋਜਿਸਟ ਹਨ, ਜਸਵੰਤ ਬਰਾੜ, ਜੋ ਕਿ ਕੋਈ 40-45 ਸਾਲ ਪਹਿਲੇ ਇੱਥੋਂ ਗਏ, ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹ ਕੇ ਗ੍ਰੈਜੂਏਸ਼ਨ ਕਰਕੇ ਗਏ। ਫਿਰ ਉਹਨਾਂ ਨੇ ਉੱਥੋਂ ਜਾ ਕੇ ਮਨੀਟੋਬਾ ਯੂਨੀਵਰਸਿਟੀ ਤੋਂ ਸੋਸ਼ਲ ਵਰਕ ਦੀ ਇੱਕ ਡਿਗਰੀ ਲਈ, ਗ੍ਰੈਜੂਏਸ਼ਨ ਕੀਤੀ ਅਤੇ ਫਿਰ ਉਹਨਾਂ ਨੇ ਆਪਣਾ ਜੋ ਪ੍ਰੋਫੈਸ਼ਨਲ ਕੰਮ ਸੀ ਉਹ ਸ਼ੁਰੂ ਕੀਤਾ। ਉਹ ਇਹ ਦੱਸਦੇ ਹਨ ਕਿ ਬੜਾ ਇੱਥੇ ਵਿਰੋਧ ਸੀ ਕਿ ਇਤਨੇ ਇੰਡੀਅਨ ਔਰ ਇਮੀਗ੍ਰੈਂਟਸ ਕਿਉਂ ਆਈ ਜਾ ਰਹੇ ਹਨ, ਔਰ ਉਹਨਾਂ ਦੇ ਜੋ ਸਿਵਿਕ ਸੈਂਸ ਹੈ ਉਹਨਾਂ ਨੂੰ, ਜਾਂ ਬੱਸਾਂ 'ਚ ਜਦੋਂ ਟਰੈਵਲ ਕਰਦੇ ਤਾਂ ਕਈ ਕਿਸਮ ਦੀਆਂ ਪ੍ਰੋਬਲਮ ਕ੍ਰੀਏਟ ਕਰ ਰਹੇ ਸੀਗੇ। ਬੱਸਾਂ 'ਚ ਉੱਚੀ ਉੱਚੀ ਗੱਲਾਂ ਕਰਦੇ, ਅਗਲੀ ਸੀਟ ਵਾਲਾ ਪਿਛਲੀ ਸੀਟ ਨਾਲ ਗੱਲਾਂ ਕਰਦਾ, ਇੱਦਾਂ ਕਰਕੇ। ਇਹ ਜਿਹੜੀ ਉੱਥੋਂ ਦੀ ਲੋਕਲ ਆਬਾਦੀ ਹੈ, ਜਿਨ੍ਹਾਂ ਨੂੰ ਅਸੀਂ ਇਹ ਕਹਿ ਸਕਦੇ ਹਾਂ ਇਹ ਗੋਰੇ, ਉਹਨਾਂ ਦਾ ਇੱਦਾਂ ਦਾ ਸੱਭਿਆਚਾਰ ਨਹੀਂ, ਉਹ ਤਾਂ ਚੁੱਪ ਕਰਕੇ ਟਰੈਵਲ ਕਰਨਾ ਪਸੰਦ ਕਰਦੇ ਹਨ। ਸੋ ਇਸ ਕਰਕੇ ਐਤਕੀ ਲੱਗਦਾ ਸੀ ਕਿ ਕੰਜ਼ਰਵੇਟਿਵ ਪਾਰਟੀ ਜੋ ਹੈ ਉਹ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀ ਸਰਕਾਰ ਬਣਾ ਜਾਏਗੀ। ਪਰ ਮੈਂ ਤੁਹਾਨੂੰ ਇਹ ਦੱਸਾਂ ਕਿ ਪੰਜਾਬੀ ਵੀ ਜੋ ਉੱਥੇ ਸੈਟਲ ਹਨ, ਉਹਨਾਂ 'ਚ ਬਹੁਤ ਗਿਣਤੀ ਸਿੱਖਾਂ ਦੀ ਹੈ, ਅੱਗੇ ਮੈਂ ਫਿਗਰਾਂ ਵੀ ਦਿਆਂਗਾ ਤੁਹਾਨੂੰ, ਕਿ ਉਹਨਾਂ ਨੇ ਬੜੀ ਮਿਹਨਤ ਕਰਕੇ, ਉਹਨਾਂ ਨੇ ਪੂਰਾ ਜ਼ੋਰ ਲਾ ਕੇ, ਪੂਰੀ ਕੋਸ਼ਿਸ਼ ਕਰਕੇ ਆਪਣੀ ਡੈਮੋਕ੍ਰੈਟਿਕ ਪਾਰਟੀ ਨੂੰ ਪਿੱਛੇ ਨਹੀਂ ਰਹਿਣ ਦਿੱਤਾ। ਚਾਹੇ ਉਹਨਾਂ ਦੀਆਂ ਸੀਟਾਂ ਅੱਗੇ ਨਾਲੋਂ ਘੱਟ ਗਈਆਂ, ਪਰ ਉਮੀਦ ਕੀਤੀ ਜਾਂਦੀ ਹੈ ਕਿ ਜਿਹੜੀਆਂ 2 ਸੀਟਾਂ ਹੈਗੀਆਂ ਗ੍ਰੀਨ ਪਾਰਟੀ ਕੋਲ, ਉਹਨਾਂ ਨੂੰ ਉਹ ਸਮਰਥਨ ਦੇਣਗੇ ਅਤੇ ਮਾਈਨੋਰਿਟੀ ਗੌਰਮੈਂਟ ਫਿਰ ਬਣੇਗੀ NDP ਦੀ। ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਉਹਦੇ ਵਿੱਚ 2 ਜੋ MLA ਬਣੇ ਹਨ, ਉਹਨਾਂ ਵਿੱਚ ਇੱਕ ਹੈ ਜਗਰੂਪ ਸਿੰਘ ਬਰਾੜ, ਉਹ 6ਵੀਂ ਵਾਰੀ ਜਿੱਤੇ, 6ਵੀਂ ਵਾਰੀ MLA ਬਣ ਕੇ ਉਹਨਾਂ ਨੇ ਰਿਕਾਰਡ ਕਾਇਮ ਕੀਤਾ। ਅਤੇ ਉਹਨਾਂ ਦੇ ਨਾਲ ਦੂਸਰੇ ਜੋ 6ਵੀਂ ਵਾਰੀ ਜਿੱਤੇ ਹਨ ਉਹ ਹਨ ਰਾਜ ਚੌਹਾਨ। ਰਾਜ ਚੌਹਾਨ ਆਊਟਗੋਇੰਗ, ਯਾਨੀ ਜਿਹੜੀ 42 ਹੈ ਵਿਧਾਨ ਸਭਾ, ਉਹਦੇ ਵਿੱਚ ਸਪੀਕਰ ਹਨ। ਅਤੇ ਜਗਰੂਪ ਸਿੰਘ ਬਰਾੜ ਜੋ ਹਨ ਉਹ ਹਨ ਮਿਨਿਸਟਰ ਆਫ ਸਟੇਟ ਫਾਰ ਟ੍ਰੇਡ। ਸੋ ਇਹ ਜੋ ਜਿੱਤ ਹੋਈ ਹੈ, ਇਹਦੇ ਵਿੱਚ ਜਿਹੜੀ ਖਾਸ ਪ੍ਰਾਪਤੀ ਹੈ ਕਿ 9 MLA ਬਣੇ ਹਨ NDP ਦੇ, ਮੈਂ ਪੰਜਾਬੀਆਂ ਦੀ ਗੱਲ ਕਰ ਰਿਹਾ, ਔਰ 4 ਪੰਜਾਬੀ ਬਣੇ ਹਨ ਕੰਜ਼ਰਵੇਟਿਵ ਪਾਰਟੀ ਦੇ, ਔਰ ਇੱਕ
ਮਹਿਲਾ ਜੋ ਪਾਕਿਸਤਾਨ ਦੀ ਪੰਜਾਬਣ ਹੈ, ਉਸ ਦਾ ਨਾਂ ਹੈ ਅਮਨਾ ਸ਼ਾਹ। ਅਮਨਾ ਸ਼ਾਹ ਜੋ ਹੈ ਉਹ ਵੀ ਐਨਡੀਪੀ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਕੇ ਮੈਂਬਰ ਬਣੀ ਹੈ ਵਿਧਾਨ ਸਭਾ ਦੀ। ਸੋ ਇਹ ਸਾਰਾ ਕੁਝ ਦੇਖਦੇ ਹੋਏ ਹੁਣ ਅਸੀਂ ਇੱਥੇ ਮੈਂ, ਕਿਉਂਕਿ ਬਹੁਤ ਕੁਝ ਅਖਬਾਰਾਂ ਵਿੱਚ ਛਪ ਚੁੱਕਾ ਹੈ, ਔਰ ਇਹ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਚੋਣ ਹੈ, ਤੁਸੀਂ ਹੈਰਾਨ ਹੋਵੋਗੇ, ਇਹਦਾ ਸਿਰਫ ਉੱਥੋਂ ਦਾ ਜਿਹੜਾ ਪੰਜਾਬੀ ਮੀਡੀਆ, ਰੇਡੀਓ ਸਟੇਸ਼ਨ, ਯੂਟਿਊਬ ਚੈਨਲਾਂ 'ਤੇ ਪਿਛਲੇ 15 ਦਿਨ ਤੋਂ ਦਿਨ ਰਾਤ ਹੀ ਪੈਨਲ ਡਿਸਕਸ਼ਨ, ਚਰਚੇ, ਗੱਲਾਂ ਬਾਤਾਂ, ਕਿਆਸ ਰਾਈਆਂ ਚਲਦੀਆਂ ਰਹੀਆਂ। ਪਰ ਜਿਹੜਾ ਸਾਡਾ ਇੱਥੋਂ ਦਾ ਪੰਜਾਬ ਹੈ, ਜਿਸ ਪੰਜਾਬ ਵਿੱਚ ਅਸੀਂ ਰਹਿੰਦੇ ਹਾਂ, ਇੱਥੋਂ ਦੀਆਂ ਅਖਬਾਰਾਂ ਵੀ ਉਸ ਤੋਂ ਮੁਕਤ ਨਹੀਂ ਹੋ ਸਕਦੀਆਂ। ਯਾਨੀ ਕਿ ਅੰਗਰੇਜ਼ੀ ਦੀ ਅਖਬਾਰ ਇੰਡੀਅਨ ਐਕਸਪ੍ਰੈਸ ਦੀ ਰੈਜ਼ੀਡੈਂਟ ਐਡੀਟਰ ਨੇ ਵੀ ਇਸ 'ਤੇ ਇੱਕ ਰਿਪੋਰਟਿੰਗ ਕੀਤੀ, ਔਰ ਟ੍ਰਿਬਿਊਨ ਵੀ ਰਿਪੋਰਟਿੰਗ ਕਰ ਰਿਹਾ। ਤੋ ਅਜੀਤ, ਪੰਜਾਬੀ ਟ੍ਰਿਬਿਊਨ ਅਤੇ ਹੋਰ ਅਖਬਾਰਾਂ, ਸਪੋਕਸਮੈਨ ਵਗੈਰਾ ਰੈਗੂਲਰਲੀ ਉੱਥੋਂ ਦੀਆਂ ਰਿਪੋਰਟਾਂ ਜੋ ਇੱਥੇ ਛਾਪ ਰਹੇ, ਚੈਨਲਾਂ 'ਤੇ ਵੀ ਡਿਸਕਸ਼ਨਾਂ ਹੋ ਰਹੀਆਂ, ਔਰ ਲੋਕ ਵੱਧ ਤੋਂ ਵੱਧ ਦਿਲਚਸਪੀ ਲੈ ਰਹੇ ਨੇ ਕਿ ਇਹ ਜੋ ਹਨ ਜਿੱਤਣ ਵਾਲੇ ਪੰਜਾਬੀ, ਇਹ ਕਿੰਨੇ ਜਿੱਤਦੇ ਹਨ, ਕਿਉਂਕਿ ਇਹਦੇ ਵਿੱਚੋਂ ਹੁਣ ਮਿਨਿਸਟਰ ਵੀ ਬਣਨੇ ਹਨ। ਜੇ ਐਨਡੀਪੀ ਦੀ ਸਰਕਾਰ ਬਣਦੀ ਹੈ ਤਾਂ ਜਗਰੂਪ ਸਿੰਘ ਤਾਂ ਬਣਨਗੇ ਹੀ ਮਿਨਿਸਟਰ। ਕੀ ਉਹ ਹੁਣ ਕੈਬਨਿਟ ਰੈਂਕ ਮਿਲੇਗਾ? ਮੈਂ ਥੋੜ੍ਹਾ ਜਿਹਾ ਤੁਹਾਨੂੰ ਜਗਰੂਪ ਸਿੰਘ ਹੋਰਾਂ ਬਾਰੇ ਦੱਸ ਦਿਆਂ ਕਿ ਇਹ ਦਿਉਣ ਪਿੰਡ ਹੈ ਬਠਿੰਡੇ ਦਾ। ਯਾਨੀ ਬਠਿੰਡੇ ਤੋਂ ਹਵਾਈ ਅੱਡੇ ਵੱਲ ਜਾਈਏ ਤਾਂ ਉੱਥੇ ਰਸਤੇ ਵਿੱਚ ਦਿਉਣ ਪਿੰਡ ਆਉਂਦਾ। ਸੋ ਇਹ ਉੱਥੋਂ ਦੇ ਵਸਨੀਕ ਹਨ, ਇਹਨਾਂ ਦਾ ਜੱਦੀ ਪਿੰਡ ਹੈ। ਤੋ ਉੱਥੋਂ ਦੇ ਜਿਹੜਾ ਪਿੰਡ ਦਾ ਸਕੂਲ ਹੈ, ਹੁਣ ਹਾਇਰ ਸੈਕੰਡਰੀ ਬਣ ਗਿਆ, ਉਸੇ ਸਕੂਲ 'ਚ ਪੜ੍ਹ ਕੇ ਉੱਥੋਂ ਹੀ ਇਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ। ਫਿਰ ਇਹ ਮਹਿੰਦਰਾ ਕਾਲਜ 'ਚ ਪੜ੍ਹਦੇ ਰਹੇ, ਗੌਰਮੈਂਟ ਕਾਲਜ ਮਹਿੰਦਰਾ 'ਚ ਪਟਿਆਲਾ। ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ 'ਚ ਇਹਨਾਂ ਨੇ ਫਿਲਾਸਫੀ ਡਿਪਾਰਟਮੈਂਟ 'ਚੋਂ ਐਮਏ ਕੀਤੀ ਫਿਲਾਸਫੀ ਦੀ। ਤਾਂ ਉਹ ਉਹਨਾਂ ਦਾ 6ਵੀਂ ਵਾਰੀ ਬਣਨਾ ਇੱਕ ਬੜੀ ਇਤਿਹਾਸਕ ਗੱਲ ਹੈ। ਸੋ ਬਾਕੀ ਦੇ ਵੀ ਜੋ ਜੇਤੂ ਹਨ ਪੰਜਾਬੀ, ਉਹਨਾਂ ਬਾਰੇ ਦੱਸਣ ਤੋਂ ਪਹਿਲੇ ਕਿ ਉਹਨਾਂ ਦੀ ਬਹੁਤੀ ਡਿਟੇਲ ਜਿਹੜੀ ਹੈ ਕਿ ਪੰਜਾਬ ਦੇ ਪਿੰਡਾਂ ਦੇ ਹੀ ਉੱਠ ਕੇ ਗਏ ਹੋਏ ਹਨ, ਮਾਈਗਰੈਂਟ ਸਿਟੀਜ਼ਨ ਬਣ ਗਏ। ਔਰ ਮੈਂ ਇੱਥੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪੰਜਾਬੀਆਂ ਨੇ ਜੋ ਉੱਥੇ ਮਾਰ ਕੇ ਮਾਰੇ, ਉਹ ਬੜੀ ਕਮਾਲ ਹੈ। ਹਰ ਸ਼ਹਿਰ ਵਿੱਚ ਉਹਨਾਂ ਨੇ ਇੱਕ ਤੋਂ ਵੱਧ ਗੁਰਦੁਆਰੇ ਬਣਾਏ ਹੋਏ ਨੇ, ਜਿਹੜੇ ਸਿੱਖ ਕਮਿਊਨਿਟੀ ਗਈ ਹੈ। ਔਰ ਪੰਜਾਬੀਆਂ ਦੀ ਮੈਂ ਤੁਹਾਨੂੰ ਹੁਣ ਇੱਥੇ ਦੱਸਦਾ ਕਿ ਪੰਜਾਬੀਆਂ ਦੀ ਜਿਹੜੀ ਪਾਪੂਲੇਸ਼ਨ ਹੈ, ਇਹ ਉੱਥੋਂ ਦੇ ਕੰਸੈਂਸਸ ਹੋਇਆ ਜੋ ਕੈਨੇਡੀਅਨ 2021 ਉਹਦੇ ਮੁਤਾਬਕ ਮੈਂ ਕੋਖ ਕੇ ਕੁਝ ਰਿਸਰਚ ਕਰਕੇ ਇਹ ਫਿਗਰਾਂ ਲਿਆਇਆ। ਉਹਦੇ ਮੁਤਾਬਕ 9,50,000 ਦੇ ਕਰੀਬ ਪੰਜਾਬੀ ਹਨ। ਕੈਨੇਡੀਆ ਦੀ ਤਕਰੀਬਨ 2.6% ਪਾਪੂਲੇਸ਼ਨ ਬਣ ਜਾਂਦੀ ਹੈ। ਔਰ ਇਹਨਾਂ ਦੀ ਜੋ ਗਿਣਤੀ ਹੈ ਵੱਖ-ਵੱਖ ਸ਼ਹਿਰਾਂ ਵਿੱਚ, ਸਟੇਟਾਂ ਵਿੱਚ, ਉਹਦੀ ਵੀ ਮੈਂ ਅੱਗੇ ਤੁਹਾਨੂੰ ਦੱਸਣਾ ਕਿ ਜੋ ਮਾਈਨੋਰਿਟੀਜ਼ ਹਨ, ਕ੍ਰਿਸਚੀਅਨ, ਹਿੰਦੂ, ਮੁਸਲਿਮ, ਪਾਰਸੀ ਅਤੇ ਹੋਰ, ਉਹਨਾਂ ਵਿੱਚ ਮੈਂ ਬ੍ਰਿਟਿਸ਼ ਕੋਲੰਬੀਆ ਦੀ ਸਟੇਟ ਦੀ ਗੱਲ ਕਰ ਰਿਹਾ, ਮੈਂ ਸਾਰੇ ਕੈਨੇਡਾ ਦੀ ਗੱਲ ਨਹੀਂ ਕਰ ਰਿਹਾ। ਉਹਦੇ ਵਿੱਚ 6.4% ਪਾਪੂਲੇਸ਼ਨ ਹੈ ਬ੍ਰਿਟਿਸ਼ ਕੋਲੰਬੀਆ 'ਚ ਪੰਜਾਬੀਆਂ ਦੀ। ਔਰ ਜੋ ਸਿੱਖਾਂ ਦੀ ਪਾਪੂਲੇਸ਼ਨ ਹੈ ਉਹ ਹੈ 81.4% ਬ੍ਰਿਟਿਸ਼ ਕੋਲੰਬੀਆ 'ਚ। ਇੰਨੀ ਥਿਕਲੀ ਪਾਪੂਲੇਟਿਡ ਹੈ ਬ੍ਰਿਟਿਸ਼ ਕੋਲੰਬੀਆ। ਔਰ ਉਹਦੇ ਵਿੱਚ ਹਿੰਦੂਆਂ ਦੀ ਜੋ ਗਿਣਤੀ ਦੱਸੀ ਜਾਂਦੀ ਹੈ ਉਹ ਬੜੀ ਥੋੜ੍ਹੀ ਹੈ। ਉਹ ਹਨ 30,000 ਦੇ ਕਰੀਬ ਹੈ ਹਿੰਦੂਆਂ ਦੀ ਪਾਪੂਲੇਸ਼ਨ, 17,000 ਹੈ ਕ੍ਰਿਸਚੀਅਨ ਦੀ, ਔਰ ਸਿੱਖਾਂ ਦੀ ਪਾਪੂਲੇਸ਼ਨ ਕਾਫੀ
ਜ਼ਿਆਦਾ ਹੈ, ਜਿਵੇਂ ਕਿ ਮੈਂ ਤੁਹਾਨੂੰ ਦੱਸ ਚੁੱਕਿਆ। ਹੁਣ ਮੈਂ ਇਹਨਾਂ ਦਾ ਸਟੇਟ ਵਾਈਜ਼ ਉਹਨਾਂ ਦੀਆਂ ਵੱਖ-ਵੱਖ ਸਟੇਟਾਂ ਵਿੱਚ, ਓਨਟਾਰੀਓ ਵਿੱਚ 3,97,865 ਪੰਜਾਬੀ ਹਨ, ਜਿਨ੍ਹਾਂ 'ਚੋਂ 2.8% ਪਾਪੂਲੇਸ਼ਨ ਹਨ ਉਸ ਸਟੇਟ ਦੀ। ਔਰ ਬ੍ਰਿਟਿਸ਼ ਕੋਲੰਬੀਆ 3,15,000 ਦੇ ਕਰੀਬ ਪੰਜਾਬੀ ਹਨ, ਉਹਨਾਂ ਵਿੱਚ 6.4% ਇਹਨਾਂ ਦੀ ਆਬਾਦੀ ਹੈ। ਔਰ ਐਲਬਰਟਾ 1,26,385 ਪੰਜਾਬੀ ਹਨ, ਜਿਹੜੇ ਕਿ 3.0% ਬਣਦੇ ਹਨ ਅਲਬਰਟਾ ਦੀ ਸਟੇਟ ਦੀ ਪਾਪੂਲੇਸ਼ਨ ਦਾ। ਮਨੀਟੋਬਾ ਵਿੱਚ 42,800 ਤੇ 20 ਹਨ, ਜੋ ਕਿ ਮਨੀਟੋਬਾ ਸਟੇਟ ਹੈ, ਇਹਦੀ ਰਾਜਧਾਨੀ ਵਿਨੀਪੈਗ ਹੈ, ਔਰ ਇਹ 3.3% ਬਣਦੇ ਹਨ ਮਨੀਟੋਬਾ ਸਟੇਟ ਦੀ ਪਾਪੂਲੇਸ਼ਨ ਵਿੱਚ ਪੰਜਾਬੀਆਂ ਦੀ ਗਿਣਤੀ। ਕੁਬੇਕ ਵਿੱਚ 34,290 ਹਨ, ਇਹ ਕੁਬੇਕ ਵਿੱਚ 0.40% ਬਣਦੇ ਹਨ। ਸੋ ਇਹ ਤੱਥ ਇੱਕ ਚਾਰਟ ਰਾਹੀਂ ਵੀ ਪੇਸ਼ ਕਰਨ ਦਾ ਯਤਨ ਕਰਾਂਗੇ। ਔਰ ਇੱਥੇ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਇਹ ਜੋ ਪਾਪੂਲੇਸ਼ਨ ਜਿਹੜੀ ਵੱਧਦੀ ਗਈ ਪੰਜਾਬੀ, ਅਤੇ ਖਾਸ ਕਰਕੇ ਮੈਜੋਰਿਟੀ ਜਿਹੜੀ ਹੈ ਇਹ ਸਿੱਖ ਕਮਿਊਨਿਟੀ ਦੀ ਹੈ ਬ੍ਰਿਟਿਸ਼ ਕੋਲੰਬੀਆ 'ਚ। ਬ੍ਰਿਟਿਸ਼ ਕੋਲੰਬੀਆ ਲੇਕਾਂ ਦੀ ਸਟੇਟ ਹੈ, ਸਭ ਪਾਸੇ ਲੇਕ ਹਨ, ਔਰ ਐਗਰੀਕਲਚਰ ਵਿੱਚ ਵੀ ਬਹੁਤ ਸਾਡੇ ਪੰਜਾਬੀ ਹਨ। ਔਰ ਇੱਥੇ ਜਿਹੜੀ ਸਭ ਤੋਂ ਵੱਧ ਸਮਝਣ ਵਾਲੀ ਗੱਲ ਹੈ ਕਿ ਜਿਹੜੇ 10+2 ਵਾਲੇ ਵਿਦਿਆਰਥੀ ਗਏ ਹਨ, ਉਹ ਸਭ ਤੋਂ ਵੱਧ ਸਰੀ ਵਿੱਚ ਗਏ ਹਨ, ਅਤੇ ਸਰੀ ਵਿੱਚ ਜੋ ਰੈਂਟ ਵੱਧ ਗਏ, ਪ੍ਰਾਪਰਟੀਜ਼ ਦੀ ਕੀਮਤ ਵੱਧ ਗਈ, ਕਿਉਂਕਿ ਡਿਮਾਂਡ ਬੜੀ ਹੋ ਗਈ ਰਹਿਣ ਲਈ। ਔਰ ਉੱਥੇ ਸਾਡੇ ਪੰਜਾਬੀਆਂ ਨੇ ਪ੍ਰੋਟੈਸਟ ਵੀ ਕੀਤੇ, ਅਤੇ ਸਰਕਾਰ ਨੇ ਉਹਨਾਂ ਦੀ ਮਦਦ ਲਈ ਜਿਹੜੇ ਨੇ ਉਹਨਾਂ ਦੇ ਰਹਿਣ ਦੇ ਥਾਵਾਂ ਦੇ ਸਪੈਸ਼ਲ ਅਰੇਂਜਮੈਂਟ ਵੀ ਕੀਤੇ। ਸੋ ਇਹ ਉੱਥੋਂ ਦੀ ਹੈਗੀ ਹੈ। ਇੱਕ ਵੱਖਰੀ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ, ਕਿਉਂਕਿ ਹੁਣ ਚੋਣਾਂ ਹੋਈਆਂ, ਸਭ ਦੀ ਦਿਲਚਸਪੀ ਹੈ 1-2 ਦਿਨਾਂ 'ਚ ਹੀ ਬਣਾਉਣੀ ਪਏਗੀ ਵੀਡੀਓ, ਕਿ ਉੱਥੋਂ ਦੀਆਂ ਅਸਲ ਸਮੱਸਿਆਵਾਂ ਕੀ ਹਨ, ਸਾਡੇ ਵਿਦਿਆਰਥੀ ਕੀ ਸਮੱਸਿਆਵਾਂ ਪੇਸ਼ ਕਰ ਰਹੇ ਹਨ, ਔਰ ਉਹਨਾਂ ਦਾ ਜੋ ਫਿਊਚਰ ਹੈ ਉਹ ਹੁਣ ਹੈ ਨਹੀਂ ਕੈਨੇਡਾ 'ਚ। ਉਹਨਾਂ ਨੂੰ ਪੜ੍ਹ ਕੇ ਡਿਗਰੀ ਲੈ ਕੇ ਜਾਂ ਵੀ ਉਹਨਾਂ ਨੂੰ ਵਾਪਸ ਆਉਣਾ ਪਏਗਾ। ਉੱਥੋਂ ਦੀ ਸਰਕਾਰ ਇਸ ਗੱਲ ਬਾਰੇ ਬੜੀ ਕਲੀਅਰ ਹੈ, ਕਿਉਂਕਿ ਬੜੀ ਸੀਰੀਅਸ ਉਹਨਾਂ ਦੀ ਹਾਊਸਿੰਗ ਪ੍ਰੋਬਲਮ ਹੋ ਗਈ ਹੈ, ਔਰ ਉਹਨਾਂ ਦੀ ਜੌਬਸ ਦੀ ਵੀ ਸਮੱਸਿਆ ਹੋ ਗਈ ਹੈ। ਸੋ ਇੱਕ ਵੱਖਰੀ ਵੀਡੀਓ ਬਣਾ ਕੇ ਤੁਹਾਨੂੰ ਇਹ ਸਾਰਾ ਕੁਝ ਦੱਸਦੇ ਹਾਂ। ਇਹ ਮੈਂ ਉਮੀਦ ਕਰਦਾ ਕਿ ਅੱਜ ਇਹ ਜਿਹੜੀ ਅਸੀਂ ਚਰਚਾ ਕੀਤੀ ਹੈ, ਇਹਦੇ ਵਿੱਚ ਜੋ ਤੁਹਾਡੇ ਨਾਲ ਸਾਂਝ ਪਾਈ ਹੈ, ਖੋਜ ਕਰਕੇ ਜੋ ਤੁਹਾਡੇ ਲਈ ਸਟੈਟਿਸਟਿਕਸ ਲਿਆਂਦੇ, ਗਿਣਤੀ ਲਿਆਂਦੀ ਹੈ, ਉਹ ਤੁਹਾਨੂੰ ਬਹੁਤ ਪਸੰਦ ਆਏਗੀ। ਤੁਸੀਂ ਇਸ ਨੂੰ ਆਪਣੇ ਮਿੱਤਰਾਂ ਸੰਬੰਧੀਆਂ ਨਾਲ ਸਾਂਝੀ ਕਰੋਗੇ, ਔਰ ਸਾਨੂੰ ਹੌਸਲਾ ਅਫਜ਼ਾਈ ਲਈ ਸਾਡੀ ਮਦਦ ਕਰੋ। ਇਸ ਆਪਣੇ ਮਿੱਤਰਾਂ ਨਾਲ ਸਾਡੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ, ਅਤੇ ਉਹਨਾਂ ਨੂੰ ਸਬਸਕ੍ਰਾਈਬ ਕਰਾਓ, ਤਾਂ ਜੋ ਇਸ ਚੈਨਲ ਦਾ ਜੋ ਹੌਸਲਾ ਅਫਜ਼ਾਈ ਤੁਸੀਂ ਕਰਨੀ ਹੈ, ਤੁਹਾਨੂੰ ਕਰਦੇ ਵੀ ਹੋ, ਹੋਰ ਜ਼ਿਆਦਾ ਕਰੋ। ਧੰਨਵਾਦ। ਸਤਿ ਸ੍ਰੀ ਅਕਾਲ।